ਆਪਾਂ ਗੱਲ ਕਰਾਂਗੇ कि 1757 ਤੋਂ ਬਾਅਦ ਜਿਹੜਾ ਕੰਪਨੀ ਦਾ ਰੂਲ ਉਹ ਕਿੱਦਾਂ ਐਕਸਪੈਂਡ ਹੋਇਆ ਹੈ ਨਾ। If we analyze the process of annexation of Indian states by the East India Company from 1757 to 1857, certain key aspects emerge. The company rarely launched a direct military attack on an unknown territory. Instead, it used a variety of political, economic, and diplomatic methods to extend its influence before annexing an Indian kingdom. ਕਹਿੰਦੇ ਜੇ ਆਪਾਂ ਐਨਾਲਾਈਜ਼ ਕਰੀਏ ਕਿ ਕੰਪਨੀ ਨੇ ਕਿੱਦਾਂ ਕਬਜ਼ਾ ਕੀਤਾ ਹੈ ਨਾ, ਮਤਲਬ ਆਪਣੇ ਇੰਡੀਅਨ ਸਟੇਟਸ ਦੇ ਉੱਤੇ 1757 ਤੋਂ 1857 ਤੱਕ, ਤਾਂ ਇੱਕ ਮਤਲਬ ਪਾਰਟੀਕੂਲਰ ਆਈਡੀਆ ਆਪਾਂ ਨੂੰ ਮਿਲਦਾ ਹੈ ਕਿ ਉਹਨਾਂ ਨੇ ਕਿਸੇ ਵੀ ਟੈਰੀਟਰੀ ਦੇ ਉੱਤੇ ਡਾਇਰੈਕਟ ਅਟੈਕ ਨਹੀਂ ਕੀਤਾ। ਉਹਨਾਂ ਨੇ ਪੋਲੀਟੀਕਲ, ਇਕਨੋਮਿਕ ਅਤੇ ਡਿਪਲੋਮੈਟਿਕ ਮੈਥਡਸ ਵਰਤੇ ਹੈ ਨਾ, ਜਿਸ ਦੇ ਕਾਰਨ ਉਹਨਾਂ ਨੇ ਮਤਲਬ ਕਿ ਕਬਜ਼ਾ ਕਰ ਲਿਆ ਆਪਣੇ ਇੰਡੀਅਨ ਕਿੰਗਡਮ ਦੇ ਉੱਤੇ। ਆਫਟਰ ਦਾ ਬੈਟਲ ਆਫ ਬਕਸਰ 1764 ਦਾ ਕੰਪਨੀ ਅਪੋਇੰਟਡ ਰੈਜ਼ੀਡੈਂਟਸ ਇਨ ਇੰਡੀਅਨ ਸਟੇਟਸ। ਜਦੋਂ ਬੈਟਲ ਆਫ ਬਕਸਰ ਜਿੱਤਣ ਤੋਂ ਬਾਅਦ ਕੰਪਨੀ ਨੇ ਰੈਜ਼ੀਡੈਂਟਸ ਮਤਲਬ ਆਪਣੇ ਅਪੋਇੰਟ ਕਰਤੇ, ਠੀਕ ਹੈ, ਆਫੀਸ਼ੀਅਲਸ ਜਗ੍ਹਾ ਜਗ੍ਹਾ 'ਤੇ ਆਪਣੇ ਅਪੋਇੰਟ ਕਰਤੇ। ਦੇ ਵਰ ਪੋਲੀਟੀਕਲ ਔਰ ਕਮਰਸ਼ੀਅਲ ਏਜੰਟਸ ਐਂਡ ਦੇਅਰ ਜੋਬਸ ਵਾਸ ਟੂ ਸਰਵ ਐਂਡ ਫਰਦਰ ਦਾ ਇੰਟਰਸਟਸ ਆਫ ਕੰਪਨੀ। ਅਤੇ ਉਹ ਕੰਪਨੀ ਦੇ ਕਹੇ ਮੁਤਾਬਿਕ ਉਹ ਕੰਮ ਕਰਦੇ ਸੀ, ਠੀਕ ਹੈ। ਥਰੂ ਦਾ ਰੈਜ਼ੀਡੈਂਟਸ ਦਾ ਕੰਪਨੀ ਅਫੀਸ਼ੀਅਲਸ ਬਿਗਨ ਇੰਟਰਫੇਅਰਿੰਗ ਇਨ ਦਾ ਇੰਟਰਨਲ ਅਫੇਅਰਸ ਆਫ ਦਾ ਇੰਡੀਅਨ ਸਟੇਟਸ। ਅਤੇ ਰੈਜ਼ੀਡੈਂਟਸ ਦੇ ਦੁਆਰਾ, ਠੀਕ ਹੈ, ਕੰਪਨੀ ਨੇ ਕੀ ਸਟਾਰਟ ਕਰਤਾ, ਜਿਹੜੇ ਇੰਟਰਨਲ ਅਫੇਅਰ ਸੀ ਇੰਡੀਅਨ, ਜਿਹੜੇ ਪ੍ਰੋਵਿੰਸਿਸ ਸੀ, ਟੈਰੀਟਰੀ ਸੀ ਹੈ ਨਾ, ਰਾਜਿਆਂ ਦੀ, ਉਹਦੇ ਇੰਟਰਨਲ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰਤੀ। ਦੇ ਟਰਾਈਡ ਟੂ ਡਿਸਾਈਡ ਹੂ ਵਾਸ ਟੂ ਬੀ ਸਕਸੈਸਰ ਟੂ ਦਾ ਥਰੋਨ ਐਂਡ ਹੂ ਵਾਸ ਟੂ ਬੀ ਅਪੋਇੰਟਡ ਇਨ ਦਾ ਐਡਮਿਨਿਸਟ੍ਰੇਟਿਵ ਪੋਸਟ। ਮਤਲਬ ਜਿਹੜੇ ਕਿ ਉੱਚੇ ਅਹੁਦੇ ਸੀ, ਠੀਕ ਹੈ, ਕੰਪਨੀ ਡਿਸਾਈਡ ਕਰਦੀ ਸੀ ਕਿ ਉਹਨਾਂ ਉੱਚੇ ਅਹੁਦਿਆਂ 'ਤੇ ਕੌਣ ਬੈਠੂਗਾ ਅਤੇ ਇਸ ਰਾਜੇ ਤੋਂ ਬਾਅਦ ਨੈਕਸਟ ਰਾਜਾ ਕੌਣ ਹੋਊਗਾ, ਇਹਦਾ ਸਕਸੈਸਰ ਕੌਣ ਹੋਊਗਾ। ਸਮਟਾਈਮਸ ਦਾ ਕੰਪਨੀ ਫੋਰਸਡ ਦਾ ਸਟੇਟਸ ਇਨਟੂ ਸਬਸਿਡੀਅਰੀ ਅਲਾਇੰਸ। ਕਈ ਵਾਰ ਉਹ ਕੀ ਕਰਦੀ ਸੀ, ਸਟੇਟ ਨੂੰ ਸਬਸਿਡੀਅਰੀ ਅਲਾਇੰਸ ਦੇ ਵਿੱਚ ਮਤਲਬ ਕਿ ਲੈ ਜਾਂਦੀ ਸੀ, ਠੀਕ ਹੈ, ਉਹ ਸਬਸਿਡੀਅਰੀ ਅਲਾਇੰਸ ਫੋਰਸ ਕਰ ਦਿੰਦੀ ਸੀ ਉਸ ਸਟੇਟ ਦੇ ਵਿੱਚ। ਅਕੋਰਡਿੰਗ ਟੂ ਦਾ ਟਰਮਸ ਆਫ ਦਿਸ ਅਲਾਇੰਸ। ਹੁਣ ਸਬਸਿਡੀਅਰੀ ਅਲਾਇੰਸ ਕੀ ਹੁੰਦਾ ਗਾ ਹੈ ਨਾ। Indian rulers were not allowed to have their independent armed forces. They were to be protected by the company but had to pay for the subsidiary forces that the company was supposed to maintain for the purposes of this protection. ਮਤਲਬ ਕਿ ਇਸ ਜਿਹੜਾ ਸਬਸਿਡੀਅਰੀ ਅਲਾਇੰਸ ਕੀ ਹੁੰਦਾ ਗਾ, ਰਾਜਾ ਆਪਣੀ ਇੰਡੀਪੈਂਡੈਂਟ ਫੋਰਸ ਨਹੀਂ ਰੱਖ ਸਕਦਾ, ਜਿਹੜੀ ਕੰਪਨੀ ਦੀ ਫੋਰਸ ਹੋਊਗੀ ਉਹ ਪ੍ਰੋਟੈਕਟ ਕਰੂਗੀ ਰਾਜੇ ਦੀ ਟੈਰੀਟਰੀ ਨੂੰ, ਅਤੇ ਬਟ ਰਾਜਾ ਕੀ ਕਰੂਗਾ, ਕੰਪਨੀ ਨੂੰ ਪੇ ਕਰੂਗਾ ਕਿ ਉਹ ਕੰਪਨੀ ਉਸ ਦੀ ਟੈਰੀਟਰੀ ਨੂੰ ਪ੍ਰੋਟੈਕਟ ਕਰ ਰਹੀ ਹੈ, ਠੀਕ ਹੈ, ਆਰਮੀ ਦੇ ਨਾਲ। ਇਫ ਦਾ ਇੰਡੀਅਨ ਰੂਲਰਸ ਫੇਲ ਟੂ ਮੇਕ ਦਾ ਪੇਮੈਂਟ ਦੈਨ ਪਾਰਟ ਆਫ ਦੇਅਰ ਟੈਰੀਟਰੀ ਵਾਸ ਟੇਕਨ ਅਵੇ ਐਜ਼ ਅ ਪੈਨਲਟੀ। ਜੇਕਰ ਰਾਜਾ ਉਹਨਾਂ ਦੀ ਪੇਮੈਂਟ ਭਰਨ ਤੋਂ ਹੈ ਨਾ, ਮਤਲਬ ਕਿ ਕਈ ਵਾਰ ਨਹੀਂ ਭਰ ਸਕਦਾ ਹੈ ਨਾ, ਤਾਂ ਉਦੋਂ ਕੀ ਹੁੰਦਾ ਸੀਗਾ, ਇੱਕ ਛੋਟਾ ਜਿਹਾ ਹਿੱਸਾ ਉਹਦੀ ਟੈਰੀਟਰੀ ਦੇ ਵਿੱਚੋਂ ਐਜ਼ ਅ ਪੈਨਲਟੀ ਮਤਲਬ ਉਹਨੂੰ ਫਾਈਨ ਲੱਗ ਜਾਂਦਾ ਸੀਗਾ, ਅਤੇ ਉਹਦੀ ਜਿਹੜੀ ਟੈਰੀਟਰੀ ਦਾ ਛੋਟਾ ਜਿਹਾ ਟੁਕੜਾ ਉਸ ਤੋਂ ਲੈ ਲਿਆ ਜਾਂਦਾ ਸੀਗਾ। ਫੋਰ ਐਗਜ਼ਾਮਪਲ ਵੈਨ ਰਿਚਰਡ ਵੈਲੇਸਲੀ ਵਾਸ ਗਵਰਨਰ ਜਨਰਲ। ਜਦੋਂ ਕਹਿੰਦੇ ਰਿਚਰਡ ਵੈਲੇਸਲੀ ਗਵਰਨਰ ਜਨਰਲ ਸੀਗਾ ਅਤੇ ਨਵਾਬ ਆਫ ਅਵਧ ਵਾਸ ਫੋਰਸਡ ਟੂ ਗਿਵ ਓਵਰ ਹਾਫ ਆਫ ਹਿਸ ਟੈਰੀਟਰੀ ਟੂ ਦਾ ਕੰਪਨੀ ਇਨ 1801। ਜਦੋਂ ਅਵਧ ਦੇ ਨਵਾਬ ਨੂੰ ਕੀ ਕੀਤਾ ਸੀਗਾ, ਫੋਰਸ ਕੀਤਾ ਗਿਆ ਸੀ ਕਿ ਉਸ ਦੀ ਅੱਧੀ ਟੈਰੀਟਰੀ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ ਕੰਪਨੀ ਨੇ 1801 ਦੇ ਵਿੱਚ। ਐਜ਼ ਹੀ ਫੇਲਡ ਟੂ ਪੇ ਫੋਰ ਦਾ ਸਬਸਿਡਰੀ ਫੋਰਸਿਸ। ਕਿਉਂਕਿ ਉਹ ਪੇ ਕਰਨਾ ਮਤਲਬ ਉਹ ਫੇਲ ਕਰ ਗਿਆ ਸੀਗਾ ਹੈ ਨਾ, ਉਸ ਮਤਲਬ ਕਿ ਉਹ ਪੇ ਨਹੀਂ ਕਰ ਸਕਿਆ ਹੈ ਨਾ ਸਬਸਿਡਰੀ ਫੋਰਸਿਸ ਦੇ ਲਈ। ਹਾਇਦਰਾਬਾਦ ਵਾਜ਼ ਆਲਸੋ ਫੋਰਸਡ ਟੂ ਸੀਡ ਟੈਰੀਟਰੀਜ਼ ਔਨ ਸਿਮਿਲਰ ਗਰਾਊਂਡਸ। ਹਾਇਦਰਾਬਾਦ ਦੇ ਵਿੱਚ ਵੀ ਕੁਛ ਇੱਦਾਂ ਹੀ ਹੋਇਆ ਸੀ ਹੈ ਨਾ। ਟੀਪੂ ਸੁਲਤਾਨ ਦਾ ਟਾਈਗਰ ਆਫ ਮੈਸੂਰ। ਟੀਪੂ ਸੁਲਤਾਨ ਬਾਰੇ ਆਪਾਂ ਪੜ੍ਹਦੇ ਹਾਂ ਨਾ, ਸੁਣਿਆ ਤੁਸੀਂ ਸਾਰਿਆਂ ਨੇ ਹੋਊਗਾ। The company resorted to direct military confrontation when it was a threat to its political or economic interest. This can be illustrated with the case of southern Indian state of Mysore. ਕੰਪਨੀ ਮਤਲਬ ਕੀ ਕਰਦੀ ਸੀ, ਆਪਣਾ ਮਿਲਟਰੀ ਕਨਫਰੰਟੇਸ਼ਨ ਰਿਸੋਰਟ ਕਰਦੀ ਸੀ ਜਦੋਂ ਉਹ ਮਤਲਬ ਕਿ ਉਹਨੂੰ ਲੱਗਦਾ ਸੀਗਾ ਕਿ ਇਹ ਰਾਜਾ ਉਹਨਾਂ ਦੀ ਮਦਦ ਕਰਨੋਂ ਸਟਾਰਟ ਕਰਦਾ ਸੀਗਾ। ਫਿਰ ਉਹ ਮਿਲਟਰੀ ਆਪਣੀ ਜਿਹੜੀ ਆਰਮੀ ਤੱਕ ਹੁੰਦੀ ਸੀਗੀ, ਉਹ ਇਹਨਾਂ ਦੀ ਹੁੰਦੀ ਸੀ ਹੈ ਨਾ, ਆਪਣਾ ਈਸਟ ਇੰਡੀਆ ਕੰਪਨੀ ਦੀ ਹੁੰਦੀ ਸੀ, ਤਾਂ ਕਰਕੇ ਉਹ ਫਿਰ ਆਪਣਾ ਉਹ ਚੀਜ਼ ਨੂੰ ਸੋਲਵ ਕਰਨ ਦੇ ਲਈ ਆਪਣੀ ਜਿਹੜੀ ਮਿਲਟਰੀ ਹਟਾ ਦਿੰਦੇ ਸੀ ਉੱਥੋਂ, ਠੀਕ ਹੈ, ਉਸਦੀ ਹੈਲਪ ਕਰਨੀ ਬੰਦ ਕਰ ਦਿੰਦੇ ਸੀ। ਅਤੇ ਇਹ ਇੱਦਾਂ ਦਾ ਕੇਸ ਕਿੱਥੇ ਸ਼ੋ ਹੋਇਆ, ਮੈਸੂਰ ਦੀ ਸਟੇਟ ਦੇ ਵਿੱਚ। ਮੈਸੂਰ ਹੈਡ ਗਰੋਨ ਇਨ ਸਟਰੈਂਥ ਅੰਡਰ ਦਾ ਲੀਡਰਸ਼ਿਪ ਆਫ ਪਾਵਰਫੁਲ ਰੂਲਰਸ ਲਾਈਕ ਹੈਦਰ ਅਲੀ ruled from 1761 to 1782 and his famous son Tipu Sultan ruled from 1782 to 1799। ਮਤਲਬ ਕਿ ਸਟਰੋਂਗ ਰੂਲਰ ਸੀ, ਠੀਕ ਹੈ, ਜਿਹੜੇ ਮੈਸੂਰ ਦੇ ਸੀਗੇ, ਜਿਹੜੇ ਕਿ ਜਿੱਦਾਂ ਕਿ ਹੈਦਰ ਅਲੀ ਤੇ ਤੋਂ ਬਾਅਦ ਉਸਦੇ ਸਨ ਟੀਪੂ ਸੁਲਤਾਨ ਨੇ ਰੂਲ ਕੀਤਾ
ਇਹਨਾਂ ਦੋਨਾਂ ਦਾ ਰੂਲ ਕਦੋਂ ਤੋਂ ਕਦੋਂ ਤੱਕ ਰਿਹਾ 1761 ਤੋਂ ਲੈ ਕੇ 1799 ਤੱਕ। ਮੈਸੂਰ ਕੰਟਰੋਲਡ ਦਾ ਪ੍ਰੋਫਿਟੇਬਲ ਟ੍ਰੇਡ ਆਫ ਦ ਮਾਲਾਬਾਰ ਕੋਸਟ ਵੇਅਰ ਦਾ ਕੰਪਨੀ ਪਰਚੇਸਡ ਪੀਪਰ ਐਂਡ ਕਾਰਡਮਮ। ਮਤਲਬ ਕਿ ਕਾਲੀ ਮਿਰਚ ਅਤੇ ਲੌਂਗ ਜਿਹੜੇ ਆਪਣੇ ਮਸਾਲੇ ਹੁੰਦੇ ਨੇ ਹੈ ਨਾ, ਇਹਨਾਂ ਦਾ ਉੱਥੇ ਟਰੇਡ ਹੁੰਦਾ ਸੀਗਾ ਇਲਾਇਚੀ ਦਾ। ਇਨ 1785 ਟੀਪੂ ਸੁਲਤਾਨ ਸਟਾਪ ਦਾ ਐਕਸਪੋਰਟ ਆਫ ਸੈਂਡਲਵੁੱਡ। 1785 ਦੇ ਵਿੱਚ ਟੀਪੂ ਸੁਲਤਾਨ ਨੇ ਸਟਾਪ ਕਰਤਾ ਸੈਂਡਲਵੁੱਡ ਯਾਨੀ ਕਿ ਚੰਦਨ ਦੀ ਲੱਕੜ ਦਾ ਵਪਾਰ ਬੰਦ ਕਰਤਾ, ਪੀਪਰ ਦਾ ਅਤੇ ਕਾਰਡਮਮ ਦਾ, ਥਰੂ ਦਾ ਪੋਰਟਸ ਆਫ ਹਿਸ ਕਿੰਗਡਮ। ਉਸ ਦੇ ਰਾਜ ਦੇ ਥਰੂ, ਮਤਲਬ ਉਸ ਦੀ ਟੈਰੀਟਰੀ ਦੇ ਥਰੂ ਇਹਨਾਂ ਤਿੰਨੇ ਚੀਜ਼ਾਂ ਦਾ ਟਰੇਡ ਉਸਨੇ ਬੰਦ ਕਰਤਾ। ਐਂਡ ਡਿਸ ਅਲਾਊਡ ਲੋਕਲ ਮਰਚੈਂਟਸ ਫਰੋਮ ਟਰੇਡਿੰਗ ਵਿਦ ਕੰਪਨੀ। ਅਤੇ ਲੋਕਲ ਮਤਲਬ ਜਿਹੜੇ ਆਪਣੇ ਇੰਡੀਅਨ ਜਿਹੜੇ ਮਰਚੈਂਟ ਸੀ, ਜਿਹੜੇ ਵਪਾਰੀ ਸੀ, ਠੀਕ ਹੈ, ਉਹਨਾਂ ਨੂੰ ਰੋਕਿਆ ਕਿ ਕੰਪਨੀ ਦੇ ਨਾਲ ਟਰੇਡ ਆਪਣਾ ਬੰਦ ਕਰ ਦਿਓ। ਹੀ ਆਲਸੋ ਐਸਟੈਬਲਿਸ਼ਡ ਅ ਕਲੋਜ਼ ਰਿਲੇਸ਼ਨਸ਼ਿਪ ਵਿਦ ਦਾ ਫਰੈਂਚ ਇਨ ਇੰਡੀਆ ਐਂਡ ਮੋਡਰਨਾਈਜ਼ਡ ਹਿਸ ਆਰਮੀ ਵਿਦ ਦੇਅਰ ਹੈਲਪ। ਉਸਨੇ ਮਤਲਬ ਜਿਹੜੇ ਫਰੈਂਚ ਪੀਪਲ ਸੀ ਉਸ ਸਮੇਂ ਇੰਡੀਆ ਦੇ ਵਿੱਚ, ਉਹਨਾਂ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਐਸਟੈਬਲਿਸ਼ ਕੀਤੀ ਅਤੇ ਆਪਣੀ ਜਿਹੜੀ ਆਰਮੀ ਸੀ ਉਸ ਨੂੰ ਮਤਲਬ ਕਿ ਮਜ਼ਬੂਤ ਕਰ ਲਿਆ ਉਹਨਾਂ ਦੀ ਹੈਲਪ ਦੇ ਨਾਲ। ਦ ਬ੍ਰਿਟਿਸ਼ ਵਰ ਫਿਊਰੀਅਸ ਦੇ ਸਾਓ ਹੈਦਰ ਐਂਡ ਟਿਪੂ ਐਜ਼ ਐਂਬੀਸ਼ੀਅਸ ਐਰੋਗੈਂਟ ਐਂਡ ਡੇਂਜਰਸ। ਮਤਲਬ ਉਹ ਡਰ ਗਏ, ਠੀਕ ਹੈ, ਉਹਨਾਂ ਨੂੰ ਡਰ ਲੱਗਿਆ ਹੈਦਰ ਅਲੀ ਅਤੇ ਟਿਪੂ ਸੁਲਤਾਨ ਤੋਂ। ਰੂਲਰਸ ਹੂ ਹੈਡ ਟੂ ਬੀ ਕੰਟਰੋਲਡ ਐਂਡ ਕਰਸਡ। ਅਤੇ ਉਹਨਾਂ ਨੇ ਜ਼ਰੂਰਤ ਸਮਝੀ ਕਿ ਇਹਨਾਂ ਰੂਲਰਸ ਨੂੰ ਕੰਟਰੋਲ ਕਰਨਾ ਅਤੇ ਇੱਥੋਂ ਹਟਾਉਣਾ ਹੈਗਾ। 4 ਵਾਰਸ ਵਰ ਫੌਟ ਵਿਦ ਮੈਸੂਰ। 4 ਜੰਗਾਂ ਹੋਈਆਂ, ਠੀਕ ਹੈ, ਮੈਸੂਰ ਦੇ ਨਾਲ ਈਸਟ ਇੰਡੀਆ ਕੰਪਨੀ ਦੀਆਂ, ਜਿਹੜੀਆਂ ਇੱਥੇ ਮੈਂਸ਼ਨ ਕੀਤੀਆਂ ਨੇ 1767 to 69, 80 ਤੋਂ 84, 90 ਤੋਂ 92 ਅਤੇ 1799। ਓਨਲੀ ਇਨ ਦਾ ਲਾਸਟ ਦਾ ਬੈਟਲ ਆਫ ਸਰਿੰਗਾਪਟਨਮ ਡਿਡ ਦਾ ਕੰਪਨੀ ਅਲਟੀਮੇਟਲੀ ਵਿਨ ਅ ਵਿਕਟਰੀ। ਸਿਰਫ ਲਾਸਟ ਜਿਹੜੀ ਜੰਗ ਹੋਈ ਉਹਦੇ ਵਿੱਚ ਹੀ ਕੰਪਨੀ ਜਿੱਤ ਸਕੀ। ਟੀਪੂ ਸੁਲਤਾਨ ਵਾਸ ਕਿਲਡ ਡਿਫੈਂਡਿੰਗ ਹਿਸ ਕੈਪੀਟਲ ਸਰਿੰਗਾਪਟਮ। ਅਤੇ ਲਾਸਟ ਜੰਗ ਦੇ ਵਿੱਚ ਟੀਪੂ ਸੁਲਤਾਨ ਦੀ ਡੈਥ ਹੋ ਗਈ, ਠੀਕ ਹੈ। ਮੈਸੂਰ ਵਾਸ ਪਲੇਸਡ ਅੰਡਰ ਦਾ ਫਾਰਮਰ ਰੂਲਿੰਗ ਡਾਇਨੈਸਟੀ ਆਫ ਦਾ ਵੁਡੀਅਰਸ ਐਂਡ ਅ ਸਬਸਿਡਰੀ ਅਲਾਇੰਸ ਵਾਸ ਇੰਪੋਜ਼ਡ ਔਨ ਦਾ ਸਟੇਟ। ਮਤਲਬ ਕਿ ਉਹਨੂੰ ਵੁਡੀਆਰਸ ਨੂੰ ਉੱਥੇ ਰੂਲਰ ਇਸਟੈਬਲਿਸ਼ ਕਰਤਾ ਅਤੇ ਜਿਹੜੇ ਆਪਣਾ ਸਬਸਿਡਰੀ ਅਲਾਇੰਸ ਜਿਹੜਾ ਕਿ ਸੀਗਾ, ਮਤਲਬ ਕਿ ਉੱਥੇ ਉਹ ਰਾਜਾ ਆਪਣੀ ਪਰਸਨਲ ਆਰਮੀ ਰੱਖ ਨਹੀਂ ਸਕਦਾ ਅਤੇ ਉਹ ਕੀ ਕਰਦਾ ਸੀਗਾ, ਉਹਨੂੰ ਕੰਪਨੀ ਹੀ ਆਪਣੀ ਆਰਮੀ ਦੇ ਕੇ ਹੈ ਨਾ ਪ੍ਰੋਟੈਕਟ ਕਰੂਗੀ। ਇਹ ਸਾਰੀਆਂ ਚੀਜ਼ਾਂ ਉੱਥੇ ਲਾਗੂ ਕਰਤੀਆਂ ਉਹਨਾਂ ਨੇ। ਵਾਰ ਵਿਦ ਮਰਾਠਾਸ ਦੇ ਨਾਲ ਕਿਹੜੀ ਜੰਗ ਹੋਈ ਆਪਾਂ ਪੜ੍ਹਾਂਗੇ। ਫਰੋਮ ਦਾ ਲੇਟ 18th ਸੈਂਚੁਰੀ ਦਾ ਕੰਪਨੀ ਆਲਸੋ ਸੌਟ ਟੂ ਕਰਬ ਦ ਐਂਡ ਇਵੈਂਚੁਅਲੀ ਡਿਸਟਰੋਏ ਮਰਾਠਾ ਪਾਵਰ। 18th ਸੈਂਚੁਰੀ ਦੇ ਐਂਡ ਤੋਂ ਲੈ ਕੇ ਹੈ ਨਾ, ਮਤਲਬ ਕਿ 1780s 90s ਤੋਂ ਬਾਅਦ ਹੈ ਨਾ, ਅਤੇ ਕੰਪਨੀ ਸੋਚ ਰਹੀ ਸੀ ਮਰਾਠਾ ਦੀ ਪਾਵਰ ਨੂੰ ਕਰਸ਼ ਕਰਨ ਦੀ। ਵਿਦ ਦੇਅਰ ਡਿਫੀਟ ਇਨ ਦਾ 3rd ਬੈਟਲ ਆਫ ਪਾਨੀਪਤ ਇਨ 1761 ਦਾ ਮਰਾਠਾਸ ਡਰੀਮ ਆਫ ਰੂਲਿੰਗ ਫਰੋਮ ਦਿੱਲੀ ਵਾਸ ਸ਼ੈਟਰਡ। ਬਟ ਕਹਿੰਦੇ ਜਿਹੜਾ 3rd ਬੈਟਲ ਹੋਇਆ ਸੀ ਪਾਨੀਪਤ ਦਾ 1761 ਦੇ ਵਿੱਚ, ਅਤੇ ਮਰਾਠਾ ਦਾ ਡਰੀਮ ਸੀ ਜਿਹੜਾ ਰੂਲਿੰਗ ਫਰੋਮ ਦਿੱਲੀ, ਮਰਾਠਾ ਚਾਹੁੰਦੇ ਸੀ ਵੀ ਦਿੱਲੀ 'ਤੇ ਆਪਾਂ ਰਾਜ ਕਰਾਂਗੇ, ਠੀਕ ਹੈ, ਉਹ ਉਹਨਾਂ ਦੇ ਉਮੀਦ ਦੇ ਉੱਤੇ ਪਾਣੀ ਫੇਰਤਾ। ਦੇ ਵਰ ਡਿਵਾਈਡਡ ਇਨਟੂ ਮੈਨੀ ਸਟੇਟਸ ਅੰਡਰ ਡਿਫਰੈਂਟ ਚੀਫਸ ਬਿਲੋਂਗਿੰਗ ਟੂ ਡਾਇਨੈਸਟੀ ਸੱਚ ਐਜ਼ ਸਿੰਧੀਆ, ਹੋਲਕਰ, ਗੈਕਵਾਡ ਐਂਡ ਬੋਂਸਲੇ। ਉਹਨਾਂ ਨੂੰ ਕਈ ਸਟੇਟਸ ਦੇ ਵਿੱਚ ਡਿਵਾਈਡ ਕਰਤਾ, ਜਿਹੜੀਆਂ ਆਪਾਂ ਹੁਣ ਪੜ੍ਹੀਆਂ ਨੇ, ਠੀਕ ਹੈ। ਦੀਸ ਚੀਫਸ ਵਰ ਹੈਲਡ ਟੂਗੈਦਰ ਇਨ ਅ ਕਨਫੈਡਰੇਸੀ ਅੰਡਰ ਅ ਪੇਸ਼ਵਾ ਪ੍ਰਿੰਸੀਪਲ ਮਿਨਿਸਟਰ ਹੂ ਕੇਮ ਇਟਸ ਇਫੈਕਟਿਵ ਮਿਲਟਰੀ ਐਂਡ ਐਡਮਿਨਿਸਟ੍ਰੇਟਿਵ ਹੈਡ ਬੇਸਡ ਇਨ ਪੂਨੇ। ਮਤਲਬ ਕਿ ਉਹਨਾਂ ਨੂੰ ਟੂਗੈਦਰ ਕਿੱਥੇ ਹੈਲਡ ਕੀਤਾ ਗਿਆ, ਕਨਫੈਡਰੇਸੀ ਅੰਡਰ ਪੇਸ਼ਵਾ, ਪ੍ਰਿੰਸੀਪਲ ਮਿਨਿਸਟਰ ਸੀਗਾ ਪੇਸ਼ਵਾ, ਠੀਕ ਹੈ, ਉਹਦੇ ਅੰਡਰ ਉਹਨਾਂ ਨੂੰ ਹੈਲਡ ਕੀਤਾ ਗਿਆ, ਜਿਹੜੇ ਕਿ ਬਾਅਦ 'ਚ ਇਫੈਕਟਿਵ ਮਿਲਟਰੀ ਦਾ ਕੰਮ ਕੀਤਾ ਉਹਨਾਂ ਨੇ। ਅਤੇ ਹੈੱਡ ਬੇਸ ਉਹਨਾਂ ਦਾ ਕਿੱਥੇ ਬਣਾਇਆ ਗਿਆ, ਪੂਨੇ ਦੇ ਵਿੱਚ। ਮਹਾਦਜੀ ਸਿੰਧੀਆ ਐਂਡ ਨਾਨਾ ਫਡਨੀਸ ਵਰ 2 ਫੇਮਸ ਮਰਾਠਾ ਸੋਲਜਰਸ ਐਂਡ ਸਟੇਟਸਮੈਨ ਆਫ ਦਾ ਲੇਟ 18th ਸੈਂਚੁਰੀ। ਇਹ 2 ਕੀ ਸੀ ਜਿਹੜੇ ਮਸ਼ਹੂਰ ਮਰਾਠਾ ਸੋਲਜਰ ਸੀ, ਠੀਕ ਹੈ, ਲੇਟ 18th ਸੈਂਚੁਰੀ ਦੇ। ਦਾ ਮਰਾਠਾਸ ਵਰ ਸਬਡਿਊਡ ਇਨ ਅ ਸੀਰੀਜ਼ ਆਫ ਵਾਰਸ। In the first war that ended in 1782 with the Treaty of Salbai, there was no clear victor। ਮਤਲਬ ਕਿ ਇਹਨਾਂ ਨਾਲ ਜੰਗ ਨਹੀਂ ਹੋਈ, ਜੰਗਾਂ ਦੀ ਇੱਕ ਸੀਰੀਜ਼ ਹੋਈ, ਠੀਕ ਹੈ, ਕੁਛ ਜੰਗਾਂ ਹੋਈਆਂ। ਪਹਿਲੀ ਵਾਰ ਹੋਈ 1782 ਦੇ ਵਿੱਚ, ਜਿੱਥੇ ਇੱਕ ਟਰੀਟੀ ਆਫ ਸਾਲਾਬਾਈ ਹੋਈ, ਅਤੇ ਕੋਈ ਮਤਲਬ ਮੇਜਰ ਇਹ ਨਹੀਂ ਡਿਸਾਈਡ ਕਰ ਸਕਿਆ ਕਿ ਵਿਕਟਰੀ ਕਿਹਦੀ ਹੋਈ ਸੀ, ਠੀਕ ਹੈ, ਕੋਈ ਇੱਕ ਜੰਗ ਨਹੀਂ ਜਿੱਤਿਆ, ਮਤਲਬ ਕਿ ਕੋਈ ਡਿਸਾਈਡ ਨਹੀਂ ਹੋਇਆ ਕਿ ਜੰਗ ਕਿਹਨੇ ਜਿੱਤੀ ਹੈ। ਦ ਸੈਕਿੰਡ ਐਂਗਲੋ ਮਰਾਠਾ ਵਾਰ ਵਾਜ਼ fought on the different fronts resulting in the British gaining Odisha and territories north of the Yamuna river including Agra and Delhi। ਸੈਕਿੰਡ ਐਂਗਲੋ ਵਾਰ ਜਿਹੜੀ ਹੋਈ ਹੈ, ਠੀਕ ਹੈ, ਐਂਗਲੋ ਮਰਾਠਾ ਵਾਰ, ਇਹਦੇ ਵਿੱਚ ਬ੍ਰਿਟਿਸ਼ ਨੇ ਕੀ ਜਿੱਤ ਲਿਆ, ਆਪਣਾ ਉੜੀਸਾ ਗੇਨ ਕਰ ਲਿਆ, ਅਤੇ ਨਾਰਥ ਆਫ ਯਮੁਨਾ ਰਿਵਰ, ਆਗਰਾ ਅਤੇ ਦਿੱਲੀ, ਇਹ ਸਾਰੀਆਂ ਚੀਜ਼ਾਂ ਬ੍ਰਿਟਿਸ਼ ਦੇ ਅੰਡਰ ਹੋ ਗਈ, ਠੀਕ ਹੈ। ਫਾਈਨਲੀ ਦਾ 3rd ਐਂਗਲੋ ਮਰਾਠਾ ਵਾਰ ਆਫ 1817 ਤੋਂ 19
ਕਰਸ਼ਡ ਮਰਾਠਾ ਪਾਵਰ। ਜਿਹੜੀ ਥਰਡ ਵਾਰ ਦੇ ਵਿੱਚ ਮਰਾਠਾ ਮਤਲਬ ਬਿਲਕੁਲ ਹੀ ਹਾਰ ਗਏ, ਠੀਕ ਹੈ। ਦਾ ਪੇਸ਼ਵਾ ਵਾਜ਼ ਰਿਮੂਵਡ ਐਂਡ ਸੈਂਟ ਅਵੇ ਟੂ ਬਿਠੂਰ ਨੀਅਰ ਕਾਨਪੁਰ ਵਿਦ ਦਾ ਪੈਨਸ਼ਨ। ਪੇਸ਼ਵਾ ਨੂੰ ਰਿਮੂਵ ਕਰਤਾ, ਠੀਕ ਹੈ, ਉਹਨੂੰ ਬਿਠੂਰ ਭੇਜਤਾ ਜਿਹੜਾ ਕਾਨਪੁਰ ਦੇ ਨੇੜੇ ਸੀ, ਅਤੇ ਉਹਨੂੰ ਪੈਨਸ਼ਨ ਲਾਤੀ, ਠੀਕ ਹੈ, ਕਿ ਹਾਂ ਹੁਣ ਤੈਨੂੰ ਕੰਪਨੀ ਪੇ ਕਰੂਗੀ ਤੇਰੀ ਪੈਨਸ਼ਨ, ਤੂੰ ਮਤਲਬ ਇੱਥੇ ਨਹੀਂ ਆਉਣਾ ਹੈਗਾ। ਅਤੇ ਕੰਪਨੀ ਨਾਓ ਹੈਡ ਕੰਪਲੀਟ ਕੰਟਰੋਲ ਓਵਰ ਦਾ ਟੈਰੀਟਰੀ ਸਾਊਥ ਆਫ ਦਾ ਵਿੰਧਿਆਸ। ਮਰਾਠਾਸ ਨੂੰ ਹਰਾਉਣ ਤੋਂ ਬਾਅਦ ਕੰਪਨੀ ਦਾ ਈਸਟ ਇੰਡੀਆ ਕੰਪਨੀ ਦਾ ਕਿੱਥੇ ਕਿੱਥੇ ਕੰਟਰੋਲ ਹੋ ਗਿਆ, ਸਾਊਥ ਆਫ ਵਿੰਧਿਆਸ ਦੇ ਲਾਗੇ ਜਿਹੜੀਆਂ ਸਾਰੀਆਂ ਟੈਰੀਟਰੀ ਸੀ ਸਾਰੀਆਂ ਦੇ ਉੱਤੇ ਈਸਟ ਇੰਡੀਆ ਕੰਪਨੀ ਦਾ ਕੰਟਰੋਲ ਹੋ ਗਿਆ, ਠੀਕ ਹੈ। ਦਾ ਕਲੇਮ ਟੂ ਪੈਰਾਮਾਊਂਟ ਸੀ। ਨੈਕਸਟ ਵੀਡੀਓ ਦੇ ਵਿੱਚ ਪੜ੍ਹਦੇ ਹਾਂ।